ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, 16 ਨੰਬਰ ਸਾਖੀ ਗੁਰੂ ਨਾਨਕ ਦੇਵ ਜੀ ਦੀ ਕੁੜਮਾਈ ਦੀ ਚੱਲੀ, ਸੋ ਆਪਾਂ ਉਹ ਵਿਚਾਰਦੇ ਹਾਂ। ਸ੍ਰੀ ਗੁਰੂ ਜੀ ਦੀ ਉਸਤਤ ਹੋਵੇ, ਹਿੰਦੂ ਮੁਸਲਮਾਨ ਕੋਈ ਆਵੇ, ਸਭ ਦੀ ਜਾਚਨਾ ਪੂਰੀ ਕਰਨ। ਤਾਂ ਇੱਕ ਦਿਨ ਮੂਲਾ ਚੌਣਾ ਗੁਰੂ ਜੀ ਨੂੰ ਦੇਖ ਗਿਆ। ਮੂਲਾ ਪੱਖੋਂ ਕੇ ਰੰਧਾਵਿਆਂ ਦਾ ਪਟਵਾਰੀ ਸੀ, ਘਰ ਬਟਾਲੇ ਵਿੱਚ ਸਨ। ਤਾਂ ਮੂਲੇ ਜੈ ਰਾਮ ਘਰ ਨਾਨਕੀ ਦੇ ਪਾਸ ਸਗਨ ਭੇਜਿਆ। ਸਗਾਈ ਲੈ ਕੇ ਬ੍ਰਾਹਮਣ ਆਇਆ ਤੇ ਬੇਬੇ ਬੜੀ ਪ੍ਰਸੰਨ ਹੋਈ। ਲੱਗੀਆਂ ਵਧਾਈਆਂ ਮਿਲਣ ਤਾਂ ਬੇਬੇ ਜੀ 100 ਗੁਣੀ ਘਰ ਮੰਨੇ। ਤਾਂ ਜੈ ਰਾਮ ਨੇ ਚਿੱਠੀ ਲਿਖ ਕੇਸਰ ਛਿੜਕਿਆ ਤੇ ਮਹਿਤੇ ਕਾਲੂ ਜੀ ਅਤੇ ਅੰਮਾ ਬੀਬੀ ਨੂੰ ਖਬਰ ਘੱਲੀ ਅਤੇ ਵਧਾਈ ਦਿਵਾਏ ਭੇਜੀ ਅਤੇ ਸਭ ਪਰਿਵਾਰ ਨੂੰ ਸਦਾਏ ਭੇਜਿਆ, ਜੋ ਤੁਸੀਂ ਆਵੋ ਤਾਂ ਚੌਂਕੜ ਖਰੀਦੀਏ। ਤਾਂ ਕਾਲੂ ਜੀ ਨੇ ਸੁਣਿਆ, ਸੁਣ ਕਰ ਬਹੁਤ ਖੁਸ਼ੀ ਹੋਇਆ। ਜਿਹੜਾ ਖਬਰ ਲੈ ਕੇ ਆਇਆ ਤਿਸ ਦਾ ਮੂੰਹ ਖੰਡ ਨਾਲ ਆਪਣੇ ਹੱਥੀਂ ਭਰਿਆ ਅਤੇ ਅੰਮਾ ਬੀਬੀ ਬੜੀ ਪ੍ਰਸੰਨ ਹੋਈ। ਪਰਮੇਸ਼ਰ ਦਾ ਬਹੁਤ ਧੰਨਵਾਦ ਕਰੇ ਅਤੇ ਕਹੇ, ਧੰਨ ਉਹੀ ਨਿਰੰਕਾਰ ਜਿਸ ਦੀ ਕਿਰਪਾ ਕਰਕੇ ਇਹ ਨਾਨਕ ਪੁੱਤਰ ਮੇਰੇ ਘਰ ਵਿੱਚ ਹੋਇਆ। ਅਤੇ ਫਿਰ ਬੜੀ ਕਿਰਪਾ ਹੈ ਜੋ ਨਾਨਕ ਜੀ ਦੇ ਸਵਾਰਥ ਦਾ ਦਿਨ ਹੋਇਆ ਹੈ ਅਤੇ ਮੈਂ ਬਲਿਹਾਰ ਹਾਂ ਉਸ ਮੂੰਹ ਥੀ ਜਿਸ ਮੂੰਹ ਥੀ ਨਾਨਕ ਜੀ ਦੀ ਕੁੜਮਾਈ ਦੀ ਖਬਰ ਸੁਣੀ ਹੈ ਅਤੇ ਵਧਾਈ ਦਿੱਤੀ ਹੈ। ਰਾਤ ਨੂੰ ਕਬੀਲਾ ਬੇਦੀਆਂ ਦਾ ਆਇਆ, ਸਾਰੇ ਪਰਿਵਾਰ ਨੂੰ ਸੱਦ ਕੇ ਗਵਾਨ ਬਿਠਾਇਆ ਅਤੇ ਸਭੇ ਮਿਲ ਕੇ ਸਰੀਕਣੀਆਂ ਇਹੋ ਆਖਣ, ਜੋ ਸਾਡੇ ਬੇਦੀਆਂ ਦੀ ਬੰਸ ਵਿੱਚ ਨਾਨਕ ਭਲਾ ਜੀਉ ਪੈਦਾ ਹੋਇਆ ਹੈ। ਸਾਡੀ ਕੁਲ ਦਾ ਸੂਰਜ ਰੋਸ਼ਨ ਹੋਇਆ ਹੈ, ਜੋ ਧਰਮ ਦੀ ਕੁੜਮਾਈ ਹੋਈ ਹੈ ਅਤੇ ਸਾਡੀ ਕੁਲ ਨਿਰਮਲ ਕੀਤੀ ਹੈ। ਸੋ ਅੰਮਾ ਬੀਬੀ ਨੇ ਆਪਣੇ ਪੇਕਿਆਂ ਨੂੰ ਮਾਝੇ ਵਧਾਈ ਲਿਖ ਭੇਜੀ। ਅੰਮਾ ਬੀਬੀ ਦਾ ਪਿਓ ਰਾਮਾ ਜਾਤ ਦਾ ਝੰਗੜ ਗੁਰੂ ਨਾਨਕ ਜੀ ਦੇ ਨਾਨਕੇ ਅਤੇ ਕਾਲੂ ਜੀ ਮਹਿਤੇ ਦੇ ਸਹੁਰੇ ਤਿੰਨਾਂ ਦੀ ਤਰਫ ਖਬਰ ਭੇਜੀ ਅਤੇ ਆਖ ਭੇਜਿਆ, ਤੁਸੀਂ ਤਲਵੰਡੀ ਆਵੋ ਤਾਂ ਰਲ ਕੇ ਸੁਲਤਾਨਪੁਰ ਚੱਲੀਏ ਔਰ ਕੱਲ੍ਹ ਚੌਕੜ ਖਰਚ ਕਰੀਏ। ਤਾਂ ਉਹ ਨਾਨੀ ਭਰਾਈ ਆਈ ਅਤੇ ਮਾਮਾ ਕ੍ਰਿਸ਼ਨਾ ਅਤੇ ਨਾਨਾ ਰਾਮਾ ਸਭੇ ਤਲਵੰਡੀ ਆਏ ਪਹੁੰਚੇ। ਕਾਲੂ ਜੀ ਨੂੰ ਮਿਲੇ, ਬੜੀ ਖੁਸ਼ੀ ਹੋਈ। ਫਿਰ ਤਲਵੰਡੀਓਂ ਇਕੱਠੇ ਹੋਏ ਕਰ ਚੱਲੇ ਕਾਲੂ ਜੀ, ਲਾਲੂ ਜੀ ਵੇਦੀ ਅਤੇ ਅੰਮਾ ਬੀਬੀ ਅਤੇ ਰਾਮਾ ਤੇ ਕ੍ਰਿਸ਼ਨਾ ਝੰਗੜ ਅਤੇ ਨਾਨੀ ਭਰਾਈ 6 ਆਦਮੀ ਤਿਆਰ ਹੋ ਕੇ 2 ਨਫਰ ਰਾਮੇ ਨਾਲ, ਜੋ 4 ਹੋਰ ਸਭੇ 12 ਆਦਮੀ ਸੁਲਤਾਨਪੁਰ ਨੂੰ ਚੱਲੇ। ਤੇ ਰਾਮੇ ਝੰਗੜ ਨੇ ਬਹੁਤ ਕੁਝ ਖਰਚ ਕਰਨ ਵਾਸਤੇ ਲੀਤਾ। ਜਦ ਤੁਰਨ ਲੱਗੇ ਤਾਂ ਕਾਲੂ ਜੀ ਰਾਏ ਬੁਲਾਰ ਪਾਸ ਵਿਦਾ ਹੋਣ ਵਾਸਤੇ ਆਇਆ ਤੇ ਰਾਏ ਬੁਲਾਰ ਦੇ ਪਾਸ ਜਾ ਖੜਾ ਹੋਇਆ। ਰਾਏ ਬੁਲਾਰ ਨੇ ਆਖਿਆ, ਕਿਉਂ ਕਾਲੂ ਜੀ? ਤਾਂ ਕਾਲੂ ਜੀ ਨੇ ਆਖਿਆ, ਰਾਏ ਜੀ, ਗੁਰੂ ਨਾਨਕ ਜੀ ਦੀ ਕਹਾਣੀ ਪੱਖੋਂ ਕੇ ਰੰਧਾਵੇ ਹੋਈ ਹੈ ਔਰ ਅਸੀਂ ਚੌਕੜ ਖਰਚਣ ਜਾਂਦੇ ਹਾਂ। ਸਾਨੂੰ ਰਜਾਏ ਹੋਵੇ। ਤਾਂ ਅੱਗੋਂ ਰਾਏ ਬੁਲਾਰ ਨੇ ਕਿਹਾ, ਸੁਣ ਕਾਲੂ ਜੀ ਅਤੇ ਨਾਨਕ ਜੀ ਹੈ ਖਬਰਦਾਰ ਹੋਈ। ਤਾਂ ਕਾਲੂ ਜੀ ਨੇ ਕਿਹਾ, ਹੇ ਰਾਏ ਜੀ, ਮੈਨੂੰ ਵਿਸ਼ਵਾਸ ਘੱਤਿਓ ਸੀ। ਤਾਂ ਰਾਏ ਬੁਲਾਰ ਜੀ ਨੇ ਕਿਹਾ, ਨਾ ਕਾਲੂ ਜੀ, ਮੈਂ ਤੈਨੂੰ ਹੋਰ ਵਾਸਤੇ ਆਖਿਆ ਹੈ, ਕਿਉਂ ਜੋ ਉਹ ਅੱਗੇ ਸਾਧ ਹੈ, ਮਤ ਕੋਈ ਵਿਗਾੜ ਕਰਦਾ ਹੋਵੇ। ਤਾਂ ਕਾਲੂ ਜੀ ਨੇ ਆਖਿਆ, ਨਾ ਰਾਏ ਜੀ, ਇਹ ਤਾਂ ਮੇਰੀ ਮੁਰਾਦ ਹੈ ਅਤੇ ਰਾਏ ਜੀ, ਤੁਸੀਂ ਪਰਮੇਸ਼ਰ ਦੇ ਜੋ ਕੀਤੇ ਹੈ, ਸਗੋਂ ਤੁਸੀਂ ਮਿਹਰਬਾਨਗੀ ਕਰਕੇ ਆਖੋ ਜੀ। ਤਾਂ ਰਾਏ ਬੁਲਾਰ ਨੇ ਕਿਹਾ, ਜਾ ਕਾਲੂ ਜੀ, ਤੈਨੂੰ ਮੁਬਾਰਕ ਹੈ, ਪਰਮੇਸ਼ਰ ਆਪਣੀ ਮਿਹਰ ਕਰੇਗਾ
ਅਤੇ ਸਭ ਕਾਰਜ ਤੇਰੇ ਅੱਛੇ ਹੋਣਗੇ। ਪਰ ਮੇਰੇ ਹੁੰਦਾ ਬਹੁਤ ਬਹੁਤ ਹਿੱਤ ਕਰਕੇ ਬਾਬੇ ਨਾਨਕ ਜੀ ਦੇ ਕਦਮਾਂ 'ਤੇ ਹੱਥ ਲਾਵੀਂ, ਬਗਲ ਵਿੱਚ ਲੈ ਕੇ ਮੱਥਾ ਚੁੰਮੀ ਅਤੇ ਮੇਰੀ ਤਰਫੋਂ ਦੋਵੇਂ ਹੱਥ ਜੋੜ ਕੇ ਬੰਦਗੀ ਆਖੀ ਅਤੇ ਜੈ ਰਾਮ ਜੀ ਨੂੰ ਵੀ ਮੇਰੀ ਬੰਦਗੀ ਕਹੀਂ। ਅਤੇ ਹੁਣ ਜਾ ਤੈਨੂੰ ਸਾਈਂ ਦੀ ਪਨਾਹ ਹੈ। ਤਾਂ ਕਾਲੂ ਜੀ ਰਾਏ ਬੁਲਾਰ ਪਾਸੋਂ ਵਿਦਿਆ ਹੋਇਆ ਅਤੇ ਛੱਕੜੇ 'ਤੇ ਸਵਾਰ ਹੋ ਕੇ ਸੁਲਤਾਨਪੁਰ ਨੂੰ ਚੱਲੇ। 5ਵੇਂ ਦਿਨ ਸੁਲਤਾਨਪੁਰ ਆਏ, ਪਰਮਾਨੰਦ ਪਲਤੇ ਦੇ ਘਰ ਜਾਏ ਵੜੇ। ਅੱਗੋਂ ਵਧਾਈਆਂ ਮਿਲਣ ਲੱਗੀਆਂ ਤਾਂ ਗੁਰੂ ਨਾਨਕ ਜੀ ਨੂੰ ਖਬਰ ਹੋਈ ਜੋ ਮਾਤਾ ਪਿਤਾ ਆਏ ਹਨ, ਚਾਚਾ ਲਾਲੂ ਪੀ ਅਤੇ ਨਾਨਾ ਰਾਮਾ ਅਤੇ ਮਾਮਾ ਕ੍ਰਿਸ਼ਨਾ ਅਤੇ ਨਾਨਕੀ ਭਰਾਈ ਵੀ ਆਈ ਹੈ ਅਤੇ ਮਰਦਾਨਾ ਡੁਮੇਟਾ ਵੀ ਆਇਆ ਹੈ। ਤਾਂ ਗੁਰੂ ਨਾਨਕ ਜੀ ਮੋਦੀ ਖਾਨੇ ਤੋਂ ਉੱਠ ਕਰ ਆਇਆ ਅਤੇ ਆਉਂਦਿਆਂ ਹੀ ਕਾਲੂ ਜੀ ਦੇ ਪੈਰਾਂ 'ਤੇ ਟਹਿ ਪਿਆ। ਅੱਗੋਂ ਕਾਲੂ ਜੀ ਨੇ ਬਗਲ ਵਿੱਚ ਲਿੱਤਾ ਅਤੇ ਮੱਥਾ ਚੁੰਮਿਆ। ਤਾਂ ਗੁਰੂ ਜੀ ਪੁੱਛਿਆ, ਪਿਤਾ ਜੀ ਰਾਏ ਜੀ ਤਾਂ ਰਾਜੀ ਆਹੇ। ਤਾਂ ਕਾਲੂ ਜੀ ਆਖਿਆ, ਪੁੱਤਰ ਭਲਾ ਯਾਦ ਦਵਾਇਆ। ਰਾਏ ਜੀ ਨੇ ਤੇਰਾ ਮੱਥਾ ਚੁੰਮਣਾ ਆਖਿਆ ਸੀ ਔਰ ਸਾਨੂੰ ਵਿਸਰ ਗਿਆ ਸੀ। ਕਾਲੂ ਜੀ ਨੇ ਰਾਏ ਬੁਲਾਰ ਦੇ ਹੁੰਦੇ ਨਾਨਕ ਦਾ ਮੱਥਾ ਚੁੰਮਿਆ ਔਰ ਸਿਰ 'ਤੇ ਹੱਥ ਫੇਰਿਆ। ਗੁਰੂ ਨਾਨਕ ਜੀ ਅੰਮਾ ਬੀਬੀ ਦੀਆਂ ਪੈਰਾਂ 'ਤੇ ਪਿਆ ਤਾਂ ਫੇਰ ਚਾਚੇ ਲਾਲੂ ਦੀਆਂ ਪੈਰਾਂ 'ਤੇ ਪਿਆ। ਅੱਗੋਂ ਲਾਲੂ ਜੀ ਨੇ ਗੁਰੂ ਜੀ ਨੂੰ ਗਲ ਵਿੱਚ ਲੀਤਾ ਅਤੇ ਆਖਿਓ ਸੀ, ਹੇ ਪੁੱਤਰ ਨਾਨਕ, ਤੂੰ ਸਾਡੀ ਕੁੱਲ ਨਿਰਮਲ ਕੀਤੀ ਹੈ, ਪਰ ਅੱਗੋਂ ਬਹੁਤ ਪਰਮੇਸ਼ਰ ਜਾਣੇ ਇੱਥੇ ਤਾਂ ਨਿਰਮਲ ਕੀਤੇ ਹਨ। ਤਾਂ ਫਿਰ ਗੁਰੂ ਨਾਨਕ ਜੀ ਨੇ ਨਾਨੇ ਰਾਮੇ ਦੇ ਪੈਰਾਂ ਉੱਤੇ ਮੱਥਾ ਟੇਕਿਆ। ਤਾਂ ਨਾਨੇ ਰਾਮੇ ਨੇ ਗੁਰੂ ਜੀ ਨਾਨਕ ਜੀ ਨੂੰ ਗਲ ਵਿੱਚ ਲਿੱਤਾ, ਪਰ ਗਲ ਵਿੱਚੋਂ ਛੱਡੇ ਨਹੀਂ। ਤਾਂ ਰਾਮਾ ਇੱਧਰ ਉੱਧਰ ਦੇਖੇ ਜੋ ਮੰਗਤਾ ਵੀ ਕੋਈ ਨਹੀਂ। ਨਾਨੀ ਭਰਾਈ ਨੇ ਆਖਿਆ, ਤੂੰ ਇਸ ਨੂੰ ਗਲ ਵਿੱਚੋਂ ਛੱਡ। ਤਾਂ ਰਾਮੇ ਜੀ ਨੇ ਭਰਾਈ ਨੂੰ ਆਖਿਆ, ਹੇ ਬੰਦੀ ਪਰਮੇਸ਼ਰ ਦੀ, ਜਾਂ ਮੈਂ 20 ਰੁਪਏ ਨਾਨਕ ਜੀ ਦੇ ਸਿਰ ਤੋਂ ਵਾਰ ਸੁੱਟਾਂਗਾ ਤਾਂ ਮੇਰੀ ਸ਼ਿਕ ਪੂਰੀ ਹੋਵੇਗੀ। ਤਾਂ ਨਾਨੀ ਭਰਾਈ ਨੇ ਆਖਿਆ, ਤੂੰ 20 ਰੁਪਏ ਵਾਰ ਸੁੱਟ। ਤਾਂ ਰਾਮੇ ਆਖਿਆ, ਕੋਈ ਮੰਗਤਾ ਪੀ ਲੈਣ ਵਾਲਾ ਹੋਵੇ। ਤਾਂ ਨਾਨਕੀ ਜੀ ਨੇ ਆਖਿਆ, ਜਾ ਨੀ ਤੁਲਸਾ, ਕੋਈ ਮੰਗਤੇ ਹਨ ਤਾਂ ਸੱਦ ਲਿਆਓ। ਤਾਂ ਤੁਲਸਾ ਦਾਸੀ ਸ਼ਹਿਰ ਵਿੱਚੋਂ ਮੰਗਤਿਆਂ ਨੂੰ ਬੁਲਾਉਣ ਗਈ। ਤਾਂ ਢੂੰਡ ਕਰ ਤੁਲਸਾ ਮੰਗਤਿਆਂ ਨੂੰ ਲਿਆਈ। ਅਤੇ ਫਿਰ ਨਾਨਕੀ ਨੇ ਆਖਿਆ, ਨਾਨਾ ਜੀ 20 ਰੁਪਏ ਰੋਕ ਵਾਰੋਂਗੇ ਕਿ ਟਕੇ ਮੰਗਾਏ ਕਰ ਵਾਰੋਂਗੇ। ਰਾਮੇ ਝੰਗੜ ਨੇ ਆਖਿਆ, ਬੇਟੀ ਜਿਸ ਤਰ੍ਹਾਂ ਤੂੰ ਆਖੇਗੀ ਸੋ ਤਿਉਂ ਹੀ ਕਰਾਂਗਾ। ਫਿਰ ਨਾਨਕੀ ਕਿਹਾ, ਨਾਨਾ ਜੀ ਟਕੇ ਮੰਗਵਾਓ। ਤਾਂ ਰਾਮੇ ਜੀ ਨੇ ਪੁੱਤਰ ਕ੍ਰਿਸ਼ਨੇ ਨੂੰ ਆਖਿਆ, ਹੇ ਕ੍ਰਿਸ਼ਨ 20 ਰੁਪਇਆਂ ਦੇ ਟਕੇ ਲੈ ਆਓ। ਤਾਂ ਭਰਾਈ ਨੇ ਆਖਿਆ, ਪੁੱਤਰ 10 ਰੁਪਏ ਮੇਰੇ ਪਾਸੋਂ ਲੈ ਕੇ ਮੇਰੇ ਵੀ ਲੈ ਆਓ। ਤਾਂ 50 ਰੁਪਇਆਂ ਦੇ ਟਕੇ ਆਪਣੇ ਪਾਸੋਂ ਕ੍ਰਿਸ਼ਨਾ ਲੈ ਆਇਆ। ਤਾਂ ਉਸ ਸਮੇਂ 35 ਰੁਪਏ ਦੇ ਟਕੇ ਆਏ। ਕ੍ਰਿਸ਼ਨੇ ਨੇ ਟਕੇ 20 ਦੇ ਪਿਤਾ ਰਾਮੇ ਨੂੰ ਦਿੱਤੇ ਅਤੇ 10 ਰੁਪਏ ਟਕੇ ਅੰਮਾ ਭਰਾਈ ਦੇ ਹੱਥ ਦੇ ਕੇ 5 ਦੇ ਆਪਣੇ ਹੱਥ ਰੱਖੇ। ਸਭੇ ਟਕੇ ਵਾਰਾ ਫੇਰ ਕੀਤੇ। 20 ਦੇ ਟਕੇ ਰਾਮੇ ਨੇ ਵਾਰੇ, 10 ਦੇ ਟਕੇ ਨਾਨੀ ਨੇ ਅਤੇ 5 ਦੇ ਕ੍ਰਿਸ਼ਨੇ ਮਾਮੇ ਨੇ ਵਾਰੇ। ਤਾਂ ਸਭੋ 35 ਰੁਪਏ ਦੇ ਟਕੇ ਗੁਰੂ ਜੀ ਦੇ ਸਿਰ ਉੱਤੋਂ ਵਾਰੇ। ਸੰਮਤ 1550 ਮਿਤੀ ਸੁਧ ਮਘਰ ਸੁਦੀ ਪੰਚਮੀ ਵੀਰਵਾਰ ਸੁਲਤਾਨਪੁਰ ਭਲੇ ਮੂਰਤ ਨਾਲ ਚੱਲੇ। ਕਾਲੂ ਜੀ ਰਾਮਾ ਕ੍ਰਿਸ਼ਨਾ ਪਰਮਾਨੰਦ ਪਲਤਾ ਭਾਈਆ ਜੀ ਜੈ ਰਾਮ ਅਤੇ ਪਿਤਾ ਭਾਈਆ ਜੈ ਰਾਮ ਪਲਤਾ ਅਤੇ ਹੋਰ ਨਫਰ ਚਾਕਰ ਅਤੇ ਪਰਮਾਨੰਦ ਪਲਤੇ ਨੇ ਜੈ ਰਾਮ ਦੇ ਨਿੱਧੇ ਬ੍ਰਾਹਮਣ ਨੂੰ ਆਖ ਕੇ ਰੰਧਾਵੇ ਗਰਾਉਂ ਵਿੱਚ ਭੇਜਿਆ ਅਤੇ ਪੱਖੋ ਕੇ ਰੰਧਾਵੇ ਦਾ ਚੌਧਰੀ ਜੀਤਾ ਰੰਧਾਵਾ ਸੀ।
ਜਿਸ ਦਾ ਪਟਵਾਰੀ ਮੂਲਾ ਚਾਉਣਾ ਹੈ ਸੀ, ਤਿਸ ਦੇ ਘਰ ਜਾਇ ਕਰ। ਨਿਧੇ ਬ੍ਰਾਹਮਣ ਨੇ ਖਬਰ ਕੀਤੀ, ਜੋ ਉਹ ਮਹਿਤਾ ਮੂਲਾ ਜੀ ਖੁਸ਼ੀ ਰਹੇ। ਤਾਂ ਅੱਗੋਂ ਮਹਿਤੇ ਮੂਲੇ ਜੀ ਆਖਿਆ, ਨਮਸਕਾਰ ਪਾਂਧਾ ਜੀ। ਅਤੇ ਫੇਰ ਕਿਹਾ, ਪਾਂਧਾ ਜੀ ਆਪ ਦਾ ਆਵਣਾ ਕਿਉਂ ਕਰ ਹੋਇਆ ਹੈ? ਤਾਂ ਨਿਧੇ ਕਿਹਾ, ਮੂਲਾ ਜੀ ਸੁਲਤਾਨਪੁਰ ਤੋਂ ਆਇਆ ਹਾਂ ਅਤੇ ਜੈ ਰਾਮ ਨੇ ਮੈਨੂੰ ਕਿਹਾ ਹੈ, ਜੋ ਪਾਂਧਾ ਮੂਲੇ ਚੌਣੇ ਨੂੰ ਜਾਏ ਕਰ ਖਬਰ ਕਰ ਆਓ, ਜੋ ਮਹਿਤਾ ਕਾਲੂ ਜੀ, ਲਾਲੂ ਜੀ, ਰਾਮਾ ਜੀ, ਕ੍ਰਿਸ਼ਨਾ ਜੀ, ਜੈ ਰਾਮ ਜੀ ਆਏ ਹਨ, ਸੋ ਇਸ ਵਾਸਤੇ ਆਇਆ ਹਾਂ। ਮੂਲੇ ਆਖਿਆ, ਪਾਂਧਾ ਜੀ ਮੇਰੇ ਸਿਰ ਮਸਤਕ ਪਰ ਆਵੋ। ਤਾਂ ਐਤਵਾਰ ਦਸਵੀਂ ਨੂੰ ਪਹਿਰ ਦਿਨ ਚੜੇ, ਪੱਖੋਂ ਕੇ ਗਰਾਏ ਵਿੱਚ ਜਾਏ ਵੜੇ। ਅੱਗੋਂ ਮੂਲੇ ਨੇ ਸਮਿਆਨ ਕਰ ਰੱਖਿਆ ਸੀ, ਤਾਂ ਜਾਏ ਪਰਮਾਨੰਦ ਪਲਤੇ ਨੇ ਆਪਣੇ ਹੱਥੀਂ ਚੌਂਕੜ ਖਰਚਿਆ ਅਤੇ ਵਧਾਈ ਦੇ ਲੈ ਕਰ ਰਾਹ ਰੌਂਸ ਸੀ। ਸੋ ਸਭੋਂ ਹੀ ਕਰਕੇ ਦੋਹਾਂ ਹੀ ਤਰਫੋਂ ਬੜੀ ਪ੍ਰਸੰਨਤਾ ਹੋਈ, ਬੜੀ ਖੁਸ਼ੀ ਹੋਈ। ਤਾਂ ਕਾਲੂ ਜੀ ਨੇ ਆਖਿਆ, ਭਾਈਆ ਪਰਮਾਨੰਦ ਪਲਤਾ ਜੀ ਤੁਸੀਂ ਸਾਹਾ ਵੀ ਭਾਈ ਮੂਲੇ ਪਾਸੋਂ ਮੰਗੋ। ਤਾਂ ਪਰਮਾਨੰਦ ਪਲਤਾ ਮੂਲੇ ਚੌਣੇ ਨੂੰ ਇਕਾਂਤ ਲੈ ਬੈਠਾ ਅਤੇ ਸਭ ਸ਼ਰੀਕੀ ਦੀਆਂ ਵਾਰਤਾਂ ਕੀਤੀਆਂ। ਗੱਲਾਂ ਕਰਦਿਆਂ ਕਰਦਿਆਂ ਵਿੱਚ ਇਹ ਵੀ ਗੱਲ ਕਹੀ, ਦੇਖੋ ਮਹਿਤਾ ਮੂਲਾ ਜੀ ਨੀਂਗਰ ਵੀ ਜਵਾਨ ਹੈ ਅਤੇ ਲੜਕੀ ਵੀ ਸਿਆਣੀ ਹੈ, ਸੋ ਤੁਸੀਂ ਸਾਹੇ ਦੀ ਤਿਆਰੀ ਵੀ ਸਾਨੂੰ ਨਾਲ ਹੀ ਕਰ ਦਿਓ। ਤਾਂ ਅੱਗੋਂ ਮੂਲੇ ਜਵਾਬ ਦਿੱਤਾ, ਭਾਈਆ ਜੀ ਤੁਸੀਂ ਖਾਤਰ ਜਮ੍ਹਾਂ ਰੱਖੋ, ਇੱਕ ਵਾਰੀ ਅਸਾਂ ਨੂੰ ਮੋਹਲਤ ਦੇਵੋ 1 ਬਰਸ ਦੀ, ਫਿਰ ਅਸੀਂ ਤੁਹਾਨੂੰ ਅੱਛਾ ਸਾਹ ਸੁਧਾਈ ਕਰ ਲਿਖ ਭੇਜਾਂਗੇ। ਤਾਂ ਫਿਰ ਲਾਲੂ ਜੀ, ਕਾਲੂ ਜੀ, ਪਰਮਾਨੰਦ ਪਲਤਾ ਅਤੇ ਜੈ ਰਾਮ ਸੁਲਤਾਨਪੁਰ ਜਤਪਤ ਨਾਲ ਆਏ ਵੜੇ। ਵਾਹਿਗੁਰੂ ਜੀ ਬੋਲੋ। ਇਹ ਅੱਧੀ ਜਨਮ ਸਾਖੀ ਕੱਲ੍ਹ ਨੂੰ ਵਿਚਾਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ।